ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਕਰਾਂਗੇ ਵੈਂਪ ਦੀ ਇੰਸਟਾਲੇਸ਼ਨ ਕਿ ਵੈਂਪ ਸੌਫਟਵੇਅਰ ਨੂੰ ਕਿਸ ਤਰ੍ਹਾਂ ਇੰਸਟਾਲ ਕੀਤਾ ਜਾਂਦਾ ਹੈ। ਵੈਂਪ ਹੁੰਦਾ ਕੀ ਹੈ? ਵੈਂਪ ਦੀ ਫੁੱਲ ਫਾਰਮ ਹੈ ਵਿੰਡੋਜ਼ ਅਪਾਚੇ ਮਾਈਐਸਕਿਊਐਲ PHP। ਇਹ ਕੀ ਹੈ? ਇੱਕ ਸੌਫਟਵੇਅਰ ਪੈਕੇਜ ਹੈ ਜੋ ਕਿ ਵਿੰਡੋ ਆਪਰੇਟਿੰਗ ਸਿਸਟਮ ਲਈ ਬਣਿਆ, ਜਿਸ ਦੇ ਅੰਦਰ ਅਪਾਚੇ मतलब सर्वर, MySQL डेटाबेस और PHP ਇਹ ਤਿੰਨੋਂ ਇੰਸਟਾਲ ਕੀਤੇ ਜਾਂਦੇ ਨੇ। ਇੱਕ ਸਿੰਗਲ ਸੌਫਟਵੇਅਰ ਹੈ ਜਿਹੜਾ ਇਹਨਾਂ ਤਿੰਨਾਂ ਨੂੰ ਹੀ ਇੰਸਟਾਲ ਆ ਜਾਂਦੇ ਹਨ। ਇਹ ਸੌਫਟਵੇਅਰ ਹੈ ਜੋ ਉਹ ਵਿੰਡੋ ਆਪਰੇਟਿੰਗ ਸਿਸਟਮ ਲਈ ਬਣਿਆ ਹੋਇਆ। ਜੇ ਅਸੀਂ ਆਪਰੇਟਿੰਗ ਸਿਸਟਮ ਲਿਨਕਸ ਯੂਜ਼ ਕਰਦੇ ਹਾਂ ਤਾਂ ਉਹਦੇ ਲਈ ਹੈ ਲਿਨਕਸ ਅਪਾਚੇ MySQL PHP। ਹੁਣ ਅਸੀਂ ਇੱਥੇ ਦੇਖਣਾ ਕਿ ਵੈਂਪ ਦੀ ਲੋੜ ਕਿਉਂ ਪੈਂਦੀ ਹੈ। ਵੈਂਪ ਲਈ ਸਾਨੂੰ ਦੇਖਣ ਲਈ ਰਿਵਾਈਜ਼ ਕਰਨਾ ਪਏਗਾ ਕਲਾਇੰਟ ਸਰਵਰ ਆਰਕੀਟੈਕਚਰ ਨੂੰ। ਇੱਕ ਵੈਬਸਾਈਟ 'ਚ ਕੀ ਹੈ, ਨੰਬਰ ਆਫ ਵੈਬ ਪੇਜਿਸ ਹੁੰਦੇ ਆ ਜਿਹਨੂੰ ਮਿਲਾ ਕੇ ਇੱਕ ਵੈਬਸਾਈਟ ਬਣਦੀ ਹੈ। ਇਹ ਵੈਬ ਪੇਜਿਸ PHP 'ਚ ਵੀ ਹੋ ਸਕਦੇ ਹੈ, .css ਔਰ .html 'ਚ ਵੀ ਹੋ ਸਕਦੇ ਹੈ। ਜੇ ਅਸੀਂ ਇਹ ਵੈਬ ਪੇਜਿਸ ਨੂੰ ਆਪਣੇ ਕੰਪਿਊਟਰ 'ਤੇ ਹੀ ਰੱਖਦੇ ਹਾਂ ਤਾਂ ਬਾਹਰ ਦੁਨੀਆ ਵਾਲੇ ਲੋਕ ਇਸ ਨੂੰ ਐਕਸੈਸ ਨਹੀਂ ਕਰ ਸਕਦੇ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬਣਾਈ ਹੋਈ ਵੈਬਸਾਈਟ ਨੂੰ ਵੀ ਬਾਹਰ ਦੀ ਦੁਨੀਆ ਵਾਲੇ ਲੋਕ ਐਕਸੈਸ ਕਰ ਸਕਣ ਤਾਂ ਉਹਦੇ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਕੰਪਿਊਟਰ ਨੂੰ ਸਰਵਰ ਬਣਾਈਏ। ਬਟ ਇੱਕ ਸਰਵਰ ਜਿਹੜਾ ਉਹ ਬਹੁਤ ਹੀ ਐਕਸਪੈਂਸਿਵ ਹੋ ਜਾਂਦਾ ਹੈ। ਪਰ ਅਸੀਂ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਐਮਾਜ਼ੋਨ, ਫੇਸਬੁੱਕ ਵਰਗੀਆਂ ਵੈਬਸਾਈਟਸ ਨੂੰ ਸਾਰੇ ਲੋਕ ਐਕਸੈਸ ਕਰਦੇ ਹੈ ਤਾਂ ਸਾਡੇ ਬਣਾਈ ਹੋਈ ਵੈਬਸਾਈਟ ਨੂੰ ਵੀ ਲੋਕ ਐਕਸੈਸ ਕਰ ਸਕਣ। ਤਾਂ ਇਸ ਲਈ ਅਸੀਂ ਕੀ ਕਰਾਂਗੇ, ਇੱਕ ਕੰਪਨੀ ਨਾਲ ਕੰਟੈਕਟ ਕਰਾਂਗੇ ਜੋ ਸਰਵਰ ਨੂੰ ਮੇਨਟੇਨ ਕਰਦੀ ਹੈ, ਜਿਨ੍ਹਾਂ ਕੋਲ ਸਰਵਰ ਹੁੰਦੇ ਹੈ ਔਰ ਉਹਨਾਂ ਕੋਲੋਂ ਅਸੀਂ ਕੁਝ ਸਰਵਰ ਦੀ ਸਪੇਸ ਲੈ ਲਵਾਂਗੇ ਔਰ ਆਪਣੀ ਵੈਬਸਾਈਟ ਨੂੰ ਸਰਵਰ 'ਤੇ ਰੱਖ ਦੇਵਾਂਗੇ। ਇਸ ਸਰਵਰ ਨੂੰ ਮੇਨਟੇਨ ਕਰਨ ਲਈ ਬਹੁਤ ਸਾਰੀਆਂ ਕੰਪਨੀਜ਼ ਹੈ ਜਿਨ੍ਹਾਂ ਕੋਲ ਬਹੁਤ ਸਾਰੇ ਸਰਵਰ ਹੁੰਦੇ ਆ। ਤਾਂ ਅਸੀਂ ਕੀ ਕਰਾਂਗੇ, ਇੱਕ ਸਰਵਰ ਕੰਪਿਊਟਰ ਦੇ ਉੱਪਰ ਇੱਕ ਸਰਵਰ ਕੰਪਿਊਟਰ ਹੈ ਜਿਹਦੇ ਉੱਪਰ ਅਸੀਂ ਆਪਣੀ ਵੈਬਸਾਈਟ ਨੂੰ ਰੱਖ ਦੇਵਾਂਗੇ। ਇਸ ਵੈਬਸਾਈਟ ਨੂੰ ਰੱਖਣ ਤੋਂ ਬਾਅਦ ਜੇ ਕੋਈ ਵੀ ਇਹਨੂੰ ਐਕਸੈਸ ਕਰਦਾ ਤਾਂ ਉਹ ਈਜ਼ੀਲੀ ਇਹਨੂੰ ਐਕਸੈਸ ਕਰ ਸਕੇਗਾ। ਇਹ ਸਰਵਰ ਕੰਪਿਊਟਰ ਦੀਆਂ ਐਡਵਾਂਟੇਜਿਸ ਹੈ ਕਿ ਇਹ ਹਮੇਸ਼ਾ ਔਨਲਾਈਨ ਰਹਿੰਦਾ, ਇਹਦਾ IP ਐਡਰੈਸ ਫਿਕਸ ਹੁੰਦਾ ਹੈ ਔਰ ਜਿੰਨੇ ਵੀ PHP ਨੂੰ ਐਗਜ਼ੀਕਿਊਟ ਕਰਨ ਲਈ ਇੰਪੋਰਟੈਂਟ ਸੌਫਟਵੇਅਰ ਜਾਂ ਇਸ ਸਰਵਰ ਨੂੰ ਮੇਨਟੇਨ ਕਰਨ ਲਈ ਜਾਂ ਨੰਬਰ ਆਫ ਕਲਾਇੰਟਸ ਹੈ ਜਿਹੜੇ ਉਹਨੂੰ ਐਕਸੈਸ ਕਰਦੇ ਹੈ, ਉਹਨਾਂ ਦੀਆਂ ਰਿਕੁਐਸਟ ਨੂੰ ਰਿਸਪੌਂਸ ਕਰਨ ਦੇ ਲਈ ਜਿੰਨੇ ਵੀ ਇੰਪੋਰਟੈਂਟ ਸੌਫਟਵੇਅਰ ਚਾਹੀਦੇ ਹੈ ਉਹ ਸਾਰੇ ਦੇ ਸਾਰੇ ਇਸ ਸਰਵਰ ਕੰਪਿਊਟਰ ਦੇ ਉੱਪਰ ਇੰਸਟਾਲਡ ਹੋਣਗੇ। ਤਾਂ ਅਸੀਂ ਪਹਿਲਾਂ ਵੀ ਪੜ੍ਹਿਆ ਸੀਗਾ ਕਿ ਜਦੋਂ ਅਸੀਂ ਵੈਬਸਾਈਟ ਨੂੰ ਆਪਣੀ ਨੂੰ ਇੱਥੇ ਹੋਸਟ ਕਰਵਾ ਦੇਵਾਂਗੇ ਸਰਵਰ ਦੇ ਉੱਪਰ ਤਾਂ ਜਿੰਨੇ ਵੀ ਕਲਾਇੰਟਸ ਹੈ, ਮੰਨ ਲਓ ਨੰਬਰ ਆਫ ਕਲਾਇੰਟਸ ਹੈ, ਤਾਂ ਇਹ ਸਾਰੇ ਦੇ ਸਾਰੇ ਇਹਨੂੰ ਯੂਜ਼ ਕਰ ਸਕਣਗੇ HTTP ਰਿਕੁਐਸਟ ਨੂੰ ਸੈਂਡ ਕਰਕੇ। HTTP ਰਿਕੁਐਸਟ ਜਦੋਂ ਸੈਂਡ ਕਰਨਗੇ ਤਾਂ ਇਸ ਸਰਵਰ ਕੰਪਿਊਟਰ ਦੇ ਉੱਪਰ ਕੁਝ ਸੌਫਟਵੇਅਰ ਹੈ ਜਿਨ੍ਹਾਂ ਦਾ ਕੰਮ ਹੈ ਉਸ ਰਿਕੁਐਸਟ ਦਾ ਰਿਸਪੌਂਸ ਦੇਣਾ। ਫਸਟ ਹੋਊਗਾ ਵੈਬ ਸਰਵਰ ਨਾਮ ਦਾ ਇੱਕ ਸੌਫਟਵੇਅਰ, ਜਿਹਨੇ ਜਦੋਂ ਰਿਕੁਐਸਟ ਆਊਗੀ ਕਲਾਇੰਟ ਦੇ ਕੋਲੋਂ ਤਾਂ ਉਹਨੇ ਦੇਖਣਾ ਕਿ ਇਹਦੇ ਵਿੱਚ ਕੋਈ PHP ਦਾ ਕੋਡ ਤਾਂ ਨਹੀਂ, ਕਿਉਂਕਿ ਸਾਡੇ ਕੋਲੇ ਕੀ ਹੈ, ਕਲਾਇੰਟ ਦੇ ਕੋਲੇ ਕੀ ਹੈ, ਇੱਕ ਬਰਾਊਜ਼ਰ ਹੈ। ਬਰਾਊਜ਼ਰ ਸਫੀਸ਼ੀਐਂਟ ਹੈ HTML, CSS ਤੇ ਜਾਵਾਸਕ੍ਰਿਪਟ ਦੇ ਕੋਡ ਨੂੰ ਰਨ ਕਰਨ ਲਈ, ਐਗਜ਼ੀਕਿਊਟ ਕਰਨ ਲਈ, ਬਟ PHP ਦੀ ਸਕ੍ਰਿਪਟ ਨੂੰ ਉਹ ਐਗਜ਼ੀਕਿਊਟ ਨਹੀਂ ਕਰ ਸਕਦਾ। ਤਾਂ ਉਹਦੇ ਲਈ ਕੁਝ ਐਡੀਸ਼ਨਲ ਸੌਫਟਵੇਅਰ ਹੈ ਜਿਹੜੇ ਉਸਨੂੰ ਐਗਜ਼ੀਕਿਊਟ ਕਰਨ ਲਈ ਹੈਲਪ ਕਰਦੇ ਆ। ਜਦੋਂ ਹੀ ਕਲਾਇੰਟ ਕੋਲ ਇੱਕ ਰਿਕੁਐਸਟ ਆਏਗੀ ਤਾਂ ਇਹ ਵੈਬ ਸਰਵਰ ਨੇ ਉਸ ਰਿਕੁਐਸਟ ਨੂੰ ਦੇਖਣਾ ਹੈ ਕਿ ਇਹਦੇ ਅੰਦਰ ਕੋਈ PHP ਦਾ ਕੋਡ ਹੈ
जे कोड है तो उन्हें की कर देना, एप्लीकेशन नूं एक ना होर सॉफ्टवेयर होगा सर्वर कंप्यूटर के उपर जिन्होंने असीं कहने एप्लीकेशन सर्वर। इस एप्लीकेशन सर्वर का काम है कि इन्हें जिन्ना भी PHP का स्क्रिप्ट होएगी उस पेज के अंदर उन्होंने एग्जीक्यूट करके HTML फॉर्मेट कन्वर्ट करके वापस भेजना वैब सर्वर में। हुण मान लो कोई PHP का कोड है जिहड़ा किसी डेटा के उपर डिपेंड करता होवे, लाइक फेसबुक के उपर जिवें आपां देखिया कि साडी पोस्ट हुंदियां जिन्नियां असीं पोस्ट करते हैं या साडी फ्रेंड लिस्ट है जिन्ने भी फ्रेंड है वो सारियां दा डेटा कित्थे पिया डेटाबेस के उपर। तो हो सकता है कि PHP की कोई स्क्रिप्ट है जिन्हों किसी डेटा ते डिपेंड करती होवे तो एप्लीकेशन सर्वर ने वो डेटा किहदे तो लैना, डेटाबेस तो लैना। और पूरी एग्जीक्यूशन तो बाद PHP के कोड की एग्जीक्यूशन तो बाद उन्होंने HTML कन्वर्ट करके वैब सर्वर में भेज देना। इत्थे HTML CSS से जावास्क्रिप्ट के कोड में एप्लीकेशन सर्वर ने रत्ती भर भी नहीं हिलाना, उन्हें सिर्फ PHP के कोड में एग्जीक्यूट करना और वैब सर्वर में वापस भेज देना। वैब सर्वर ने उस रिस्पॉन्स नूं उस जिहड़ा उन्होंने वापस आया एग्जीक्यूट होके उहदा रिस्पॉन्स किहनूं भेजना, क्लाइंट। हुण क्लाइंट कोल की है, ब्राउज़र। तो PHP का कोड तो इत्थे एग्जीक्यूट हो गया, साडे कोल की आया HTML फॉर्मेट च कन्वर्ट होके। तो ब्राउज़र साडा सफिशेंट है कि वो HTML CSS ते जावास्क्रिप्ट के कोड नूं रन कर ले। ठीक है जी। तो वैंप नूं इंस्टॉल करन लई तो असीं की करांगे हुण इत्थे कि मान लो जे असीं कोई वैबसाइट नूं डिवेलप कर रहे हैं, असीं डिवेलपिंग फेस च हैं, असीं अपने कोड नूं टैसट करना, तो असीं इन्ना एक्सपेंसिव मैथड नहीं अपनावांगे। असीं की चाहुंदे आ कि असीं अपने पेज नूं अपने कोल ही टैसट करके देख लीए। तो उहदे लई असीं अपने कंप्यूटर के उपर की इंस्टॉल करांगे, वैंप नाम के सॉफ्टवेयर नूं। वैंप जदों असीं इंस्टॉल कर लांगे तो वैंप के अंदर ये तीनों के तीनों इंपॉर्टेंट जिहड़े सॉफ्टवेयर है वो होणगे, वैब सर्वर, एप्लीकेशन सर्वर और डेटाबेस। और वैब ब्राउज़र साडे क्लाइंट कोल है ही पहला। तो जदों असीं वैंप नूं अपने सिस्टम के उपर इंस्टॉल किया होएगा तो उहदे नाल की होएगा कि सेम प्रोसीजर उही होएगा कि क्लाइंट दे कोलों रिक्वेस्ट जाएगी, पहला ब्राउज़र दे कोलों वैब सर्वर दे कोल रिक्वेस्ट आएगी और ये वैब सर्वर जिहड़ा वैंप है इहदे कोले वैब सर्वर, एप्लीकेशन सर्वर और डेटाबेस ये तीनों ही मौजूद है। रिक्वेस्ट आने तो बाद वो सारा जिस तरह इधर प्रोसीजर चलता वो सारे का सारा उसी तरह ही इधर चलेगा, बट सेम साडा ही कंप्यूटर सेम टाइम पे एज अ क्लाइंट भी काम कर रहा है और एज अ सर्वर भी काम कर रहा है। तो इस सॉफ्टवेयर नूं इंस्टॉल करके असी अपने PHP के कोड नूं एग्जीक्यूट कर सकते हैं, अपने टैसटिंग कोड भी असी कर सकते हैं। जदों असी पूरी पेज नूं डिवेलप कर लांगे, पूरी वैबसाइट नूं डिवेलप कर देंगे तो फिर असी अपने पेज नूं सर्वर के उपर रख देंगे जिथों सारे लोग उन्होंने एक्सैस कर सकन साडी वैबसाइट नूं। तो वैंप नूं इंस्टॉल करन लई असी की करना है, असी इस वैबसाइट पर जाना www.wampserver.com। जो तुसी इस वैबसाइट पर जाओगे तो हो सकता कि उत्थे तुहानूं कोई लैंग्वेज होर दिखे, तो इंग्लिश लैंग्वेज लई तुसी EN नाल मैंशन कर दोगे। जदों तुसी इस वैबसाइट नूं खोलोगे ब्राउज़र के उपर तुहानूं कुछ इस तरह का नज़र आएगा। जदों तुसी इहनूं स्क्रोल करोगे तो नीचे तुहानूं इस तरह का कुछ नज़र आएगा जिहदे अंदर तुसी वैंप सर्वर जे तुहाडा ऑपरेटिंग सिस्टम 62 बिट है 32 बिट है वो तुसी अपने अकॉर्डिंग देख लेना। और इन्हां लिंक्स से जो तुसी क्लिक करोगे तो ये फाइल जिहड़ी वो तुहाडे सिस्टम ते डाउनलोड होनी स्टार्ट हो जाएगी। जदों ये डाउनलोड हो जाएगी तो तुसी इसनूं इंस्टॉल करोगे। इंस्टॉल करन लई तुसी ध्यान रखना है कि तुसी किस ड्राइव दे विच इसनूं इंस्टॉल कर रहे हो।
ਤੁਸੀਂ जिस ड्राइव ਦੇ ਵਿੱਚ ਵੀ इंस्टॉल ਕਰਦੇ, ਜਿਵੇਂ सपोज मैं अपने सिस्टम ਦੇ ਉੱਪਰ C ड्राइव ਦੇ ਵਿੱਚ इंस्टॉल ਕੀਤਾ ਤੇ मैं ਤੁਹਾਨੂੰ ਦਿਖਾਉਣੀ ਹੈ। देखो मैं कंप्यूटर ਦੇ ਵਿੱਚ C ड्राइव ਦੇ ਵਿੱਚ इंस्टॉल ਕੀਤਾ ਤਾਂ ਇੱਥੇ ਤੁਹਾਨੂੰ ਨਜ਼ਰ ਆ ਰਿਹਾ ਹੋਊਗਾ ਇੱਕ ਵੈਂਪ ਨਾਮ ਦਾ ਫੋਲਡਰ। ਜਦੋਂ मैं इस ਵੈਂਪ ਨਾਮ ਦੇ ਫੋਲਡਰ ਨੂੰ ਓਪਨ ਕਰੂੰਗੀ ਤਾਂ ਇੱਥੇ ਤੁਸੀਂ ਸਾਰੀਆਂ ਫਾਈਲਸ ਨੂੰ ਦੇਖ ਸਕਦੇ ਹੋ। ਤਾਂ ਇੱਥੇ ਇੱਕ ਫੋਲਡਰ ਹੈ ਬਿਨ। जब मैं बिन ਨੂੰ ओपन करूँगी तो ਤੁਸੀਂ देख सकते हो ਇੱਥੇ अपाचे MySQL PHP ਇਹ ਤਿੰਨੋਂ ਇੰਪੋਰਟੈਂਟ ਸੌਫਟਵੇਅਰ ਜਿਹੜੇ ਸਾਨੂੰ ਚਾਹੀਦੇ ਸੀ ਉਹ ਸਾਡੇ ਸਿਸਟਮ ਦੇ ਉੱਪਰ ਹੁਣ ਇੰਸਟਾਲਡ ਨੇ। ਤਾਂ ਇਹਦੇ ਨਾਲ ਕੀ ਹੋਏਗਾ ਕਿ ਅਸੀਂ ਹੁਣ ਅਪਾਚੇ ਸਾਡੇ ਕੋਲੇ ਸਰਵਰ ਵੀ ਹੈ, MySQL ਜੀ ਨੇ ਕੋਡ ਨੂੰ ਐਗਜ਼ੀਕਿਊਟ ਕਰਨਾ ਔਰ MySQL ਡੇਟਾਬੇਸ ਹੈ ਸਾਡਾ ਔਰ PHP ਜੀ ਨੇ ਐਪਲੀਕੇਸ਼ਨ ਸਰਵਰ ਹੈ ਜਿਹਨੇ ਐਗਜ਼ੀਕਿਊਟ ਕਰਨਾ PHP ਦੇ ਕੋਡ ਨੂੰ। ਜਦੋਂ ਵੀ ਤੁਸੀਂ .php ਦੀ ਫਾਈਲ ਬਣਾਓਗੇ ਤਾਂ ਉਹਨੂੰ ਐਗਜ਼ੀਕਿਊਟ ਕਰਨ ਲਈ ਤੁਸੀਂ ਧਿਆਨ ਦੇਣਾ ਕਿ ਉਸ ਫਾਈਲ ਨੂੰ ਤੁਸੀਂ ਸੇਵ ਕਿੱਥੇ ਕਰਨਾ ਹੈ। ਉਸ ਫਾਈਲ ਨੂੰ ਤੁਸੀਂ ਸੇਵ ਕਰਨਾ ਹੈ ਜਿਸ ਡਰਾਈਵ ਦੇ ਵਿੱਚ ਤੁਸੀਂ ਆਪਣੇ ਵੈਂਪ ਨੂੰ ਇੰਸਟਾਲ ਕੀਤਾ ਉਸ ਨੂੰ ਓਪਨ ਕਰਕੇ ਵੈਂਪ ਨਾਮ ਦੇ ਫੋਲਡਰ ਨੂੰ ਓਪਨ ਕਰੋਗੇ। ਉਸ ਤੋਂ ਬਾਅਦ ਇੱਥੇ www ਕਰਕੇ ਇੱਕ ਫੋਲਡਰ ਹੈ, ਇਸ ਫੋਲਡਰ ਦੇ ਅੰਦਰ ਤੁਸੀਂ ਆਪਣਾ ਫੋਲਡਰ ਕ੍ਰੀਏਟ ਕਰ ਸਕਦੇ ਹੋ, ਮਤਲਬ ਤੁਸੀਂ ਆਪਣੀ ਡਾਇਰੈਕਟਰੀ ਕ੍ਰੀਏਟ ਕਰ ਸਕਦੇ ਹੋ। ਜਿਵੇਂ ਮੈਂ ਇੱਥੇ ਫॉर एग्जांपल ਕੀਤਾ ਹੋਇਆ PHP examples। ਤਾਂ ਇਸ PHP example ਦੇ ਅੰਦਰ ਤੁਸੀਂ ਆਪਣੇ ਜਿੰਨੇ ਵੀ ਨੋਟਪੈਡ ਦੇ ਉੱਪਰ ਪੇजेस ਬਣਾਓਗੇ .php ਕਰਕੇ ਉਹ ਸਾਰੇ ਦੇ ਸਾਰੇ ਤੁਸੀਂ ਸੇਵ ਇੱਥੇ ਕਰਨੇ ਆ। ਔਰ ਜੇ ਮੈਂ ਇੱਥੇ ਹੁਣ ਮੰਨ ਲਓ ਮੈਂ 2 ਪੇਜ ਕੀਤੇ ਹੋਏ, ਮੈਂ ਇਹਨੂੰ ਐਗਜ਼ੀਕਿਊਟ ਕਰਾਂ, ਅਸੀਂ HTML ਦੀ ਫਾਈਲ ਨੂੰ ਵੀ ਇਸ ਤਰ੍ਹਾਂ ਹੀ ਐਗਜ਼ੀਕਿਊਟ ਕਰਦੇ ਸੀ, ਰਾਈਟ ਕਲਿੱਕ ਕਰਦੇ ਸੀ, ओपन विद ब्राउज़र। तो इत्थे देखो कि PHP का कोड है जिहड़ा असी हुण कोडिंग ही आ गई, इन्हें एग्जीक्यूट नहीं होया ये कोड। तो इन्हें एग्जीक्यूट करने लई की करना है, असी साडे डेस्कटॉप के उपर एक आइकन बनया होएगा वैम्प नाम का, उन्होंने जदों असी क्लिक करांगे इत्थे तुसी नीचे टास्क बार करते देखो एक तुहानूं ग्रीन कलर के अंदर नज़र आ रहा होएगा वैम्प सर्वर। इत्थे वैम्प सर्वर की आ रहा ऑफलाइन आ रहा। तो असी इनू ऑनलाइन करने लई इहदे ते जदों क्लिक करांगे तो इत्थे आया पुट ऑनलाइन। असी इनू जदों ऑनलाइन करांगे तो हुण ये काम करना स्टार्ट करेगा वैम्प सर्वर। वैम्प सर्वर जदों स्टार्ट कर देगा इत्थे साडे कोल स्टेटस ऑनलाइन आउण लग जाएगा। तो जदों असी इनू क्लिक करांगे दोबारा तो असी जावांगे लोकल होस्ट दे अंदर। लोकल होस्ट का मतलब की है कि उसी तरीके नाल जिवें आपां क्लाइंट तो एक रिक्वेस्ट भेजदे सीगे ब्राउज़र तो www URL लिखते सी तो वो सेम प्रोसीजर असीं इत्थे फॉलो कर रहे हैं कि लोकल होस्ट का मतलब www उन्होंने असीं खोलते पे हैं तो साडे जिन्ने भी असीं प्रोजेक्ट रखांगे, जिन्नियां भी असीं फाइल सेव करांगे वो इहदे अंदर आउणगियां। जिवें असीं कीती सी PHP एग्जांपल, जदों मैं इहदे ते क्लिक करदी हां तो ये मैंने एक नवे पेज ते लै जांदा है जिथे मेरी पेरेंट डायरैक्टरी नूं मैं ओपन किया होया और उहदे अंदर जिहड़ियां पेजेस ने वो 2 पेजेस ने। जिवें इत्थे तुहानूं मैं दिखा दिंदी हां कि देखो PHP एग्जांपल नाम के फोल्डर अंदर 2 पेज पे है, PHP दी 2 फाइलां पईयां ते इहदे अंदर भी basic.php और new1.php। हुण जे मैं इत्थों क्लिक करके इहनूं देखा फाइल नूं तो इहदी एग्जीक्यूशन होके आएगी मेरे को। तो इहदी एग्जीक्यूशन की प्रिंट होके आया हैलो। ये हुण इहदा कोड की है, इहदी स्क्रिप्ट की है, इहनूं असीं अगे देखते हैं। हुण तुसीं नोटपैड नूं अपनी स्क्रीन के उपर देख रहे हो तो इहदे अंदर की है, इत्थे HTML का कोड लिखा है। मैं तुहानूं कहा सी कि असीं PHP के पेज विच HTML CSS और जावास्क्रिप्ट ये तीनों लिख सकते हैं। हुण जे असीं इत्थे PHP नूं यूज़ करना है तो उहदे लई मैं की करना है, PHP नूं स्टार्ट करन लई असीं लिखदे हां एंगुलर ब्रैकेट स्टार्ट क्वेश्चन मार्क PHP और क्वेश्चन मार्क एंगुलर ब्रैकेट क्लोज। हुण मैं एक बेसिक सिंटैक्स है, असी इस सिंटैक्स नूं यूज़ करके PHP लिख सकते हैं। इत्थों जदों वैब सर्वर
ਜਦੋਂ ਦੇਖੇਗਾ ਕਿ ਐਪਲੀਕੇਸ਼ਨ ਸਰਵਰ ਨੇ PHP ਦੀ ਕੋਡਿੰਗ ਨੂੰ ਐਗਜ਼ੀਕਿਊਟ ਕਰਨਾ ਹੈ, ਤਾਂ ਉਸਨੇ ਸਭ ਇਹੀ ਦੇਖਣਾ ਹੈ ਕਿ ਇਹ ਕੋਡ ਕਿੱਥੇ ਲਿਖਿਆ ਹੋਇਆ। ਜਿੱਥੇ ਇਹ ਕੋਡ ਲਿਖਿਆ ਹੋਇਆ ਇਹਦੇ ਅੰਦਰ ਜੋ ਵੀ ਲਿਖਿਆ ਹੋਇਆ ਉਹਨੂੰ ਉਹਨੇ ਐਗਜ਼ੀਕਿਊਟ ਕਰਨਾ, ਬਾਕੀ ਕਿਸੇ ਵੀ ਚੀਜ਼ ਨੂੰ ਉਹਨੇ ਨਹੀਂ ਹਿਲਾਉਣਾ। ਤਾਂ ਜਿੱਥੇ ਵੀ ਲੈਸ ਦੈਨ ? PHP ਪਾਇਆ ਹੋਊਗਾ ਉੱਥੋਂ ਉਹਨੇ ਉਸ ਪ੍ਰੋਗਰਾਮ ਸਕ੍ਰਿਪਟ ਨੂੰ ਰਨ ਕਰਨਾ ਸਟਾਰਟ ਕਰ ਦੇਣਾ। ਤਾਂ ਇਹਦੇ ਅੰਦਰ ਅਸੀਂ ਜੋ ਵੀ ਲਿਖਾਂਗੇ ਉਹ ਸਾਰਾ ਦਾ ਸਾਰਾ ਕੀ ਹੋਊਗਾ, PHP ਦੀ ਸਕ੍ਰਿਪਟ ਹੋਊਗੀ। ਤਾਂ ਹਮੇਸ਼ਾ ਯਾਦ ਰੱਖਣਾ ਕਿ PHP ਨੂੰ ਸਟਾਰਟ ਕਰਨ ਲਈ ਅਸੀਂ ਪਹਿਲਾਂ ਐਂਗੂਲਰ ਬ੍ਰੈਕਟ ਓਪਨ ਕਰਾਂਗੇ, PHP ਲਿਖਾਂਗੇ ਔਰ ਉਸ ਤੋਂ ਬਾਅਦ ਪਾ ਕੇ ਅਸੀਂ ਐਂਗੂਲਰ ਬ੍ਰੈਕਟ ਨੂੰ ਕਲੋਜ਼ ਕਰਾਂਗੇ। ਇਹ ਕੀ ਅਸੀਂ ਸਟਾਰਟ ਕਰ ਰਹੇ ਹਾਂ ਔਰ ਇਹ ਕੀ ਅਸੀਂ ਇੱਥੇ ਕਲੋਜ਼ ਕਰ ਰਹੇ ਹਾਂ। PHP ਦੇ ਅੰਦਰ ਕੀ ਹੈ, ਇਹ ਕੋਈ ਟੈਗ ਨਹੀਂ ਹੈ। ਟੈਗ ਤਾਂ ਅਸੀਂ ਬਣਾਉਂਦੇ ਹਾਂ ਇਸ ਤਰ੍ਹਾਂ ਕਰਕੇ ਕਿ ਅਸੀਂ ਓਪਨ ਕਰਦੇ ਹਾਂ ਟੈਗ ਨੂੰ ਔਰ /ਸਾਈਨ ਮਾਰ ਕੇ ਅਸੀਂ ਉਸਨੂੰ ਕਲੋਜ਼ ਕਰਦੇ ਹਾਂ। ਬਟ ਇਹਦੇ ਅੰਦਰ ਦੇਖੋ ਕਿ ਅਸੀਂ ਕੋਈ ਓਪਨ ਨਹੀਂ ਹੋਇਆਗਾ ਟੈਗ। ਇਹਨੂੰ ਲਿਖਣ ਦਾ ਤਰੀਕਾ ਹੀ ਇਹ ਹੈ ਕਿ ਅਸੀਂ ਪਹਿਲਾਂ ਐਂਗੂਲਰ ਬ੍ਰੈਕਟ ਸਟਾਰਟ ਕਰਦੇ ਹਾਂ, ਫਿਰ PHP ਔਰ ਇਹਦੇ ਅੰਦਰ ਅਸੀਂ ਜੋ ਵੀ ਲਿਖਾਂਗੇ, ਅਸੀਂ ਕਿਸੇ ਵੀ ਚੀਜ਼ ਨੂੰ ਪ੍ਰਿੰਟ ਕਰਾਉਣਾ, ਜਿਵੇਂ HTML ਦੇ ਅੰਦਰ ਅਸੀਂ ਬੋਡੀ ਦੇ ਵਿੱਚ ਜੋ ਵੀ ਲਿਖਾਂਗੇ ਉਹ ਐਜ਼ ਇਟ ਇਜ਼ ਬਰਾਊਜ਼ਰ ਦੇ ਉੱਪਰ ਪ੍ਰਿੰਟ ਹੋ ਕੇ ਆਉਂਦਾ। ਤਾਂ ਉਸੇ ਤਰੀਕੇ ਨਾਲ ਜੇ ਅਸੀਂ PHP ਦੇ ਵਿੱਚੋਂ ਕੁਝ ਪ੍ਰਿੰਟ ਕਰਾਉਣਾ ਤਾਂ ਅਸੀਂ ਉਹਦੇ ਲਈ ਯੂਜ਼ ਕਰਦੇ ਹਾਂ ਐਕੋ ਕਮਾਂਡ। ਜਦੋਂ ਅਸੀਂ ਐਕੋ ਲਿਖਾਂਗੇ ਤਾਂ ਜਿਵੇਂ ਮੈਂ ਇੱਥੇ ਪ੍ਰਿੰਟ ਕਰਾਉਣਾ ਹੈ, this is first example, ਔਰ ਇਹ ਸਟੇਟਮੈਂਟ ਨੂੰ ਕਲੋਜ਼ ਕਰਨ ਲਈ ਅਸੀਂ ਯੂਜ਼ ਕਰਾਂਗੇ ਸੈਮੀਕੋਲਨ ਦਾ। ਤਾਂ ਇਹ ਜਿਹੜੀ ਲਾਈਨ ਹੈ this is first example, ਇਹ ਐਜ਼ ਇਟ ਇਜ਼ ਬਰਾਊਜ਼ਰ ਦੇ ਉੱਪਰ ਪ੍ਰਿੰਟ ਹੋ ਕੇ ਆਏਗੀ, ਕਿਉਂਕਿ ਐਕੋ ਦਾ ਕੰਮ ਹੈ ਚੀਜ਼ ਨੂੰ ਪ੍ਰਿੰਟ ਕਰਵਾਉਣਾ। ਔਰ ਇਸ PHP ਨੂੰ ਅਸੀਂ ਨੰਬਰ ਆਫ ਟਾਈਮਸ HTML ਦੇ ਵਿੱਚ ਯੂਜ਼ ਕਰ ਸਕਦੇ ਹਾਂ। PHP ਨੂੰ ਅਸੀਂ HTML ਤੋਂ ਬਾਹਰ ਵੀ ਲਿਖ ਸਕਦੇ ਹਾਂ, HTML ਦੇ ਕਲੋਜ਼ ਹੋਣ ਤੋਂ ਵੀ ਬਾਅਦ ਲਿਖ ਸਕਦੇ ਹਾਂ, ਇਨ ਬਿਟਵੀਨ ਵੀ ਕਿਤੇ ਵੀ, ਔਰ ਨੰਬਰ ਆਫ ਟਾਈਮਸ ਅਸੀਂ ਇਸ ਨੂੰ ਲਿਖ ਸਕਦੇ ਹਾਂ। ਜਿਵੇਂ ਸਪੋਜ਼ ਕਰੋ ਅਸੀਂ ਹੈਡਰ ਦੇ ਅੰਦਰ ਲਿਖਦੇ ਹਾਂ ਅਸੀਂ ਇੱਥੇ ਲਿਖਦੇ ਹਾਂ, ਅਸੀਂ PHP ਦਾ ਕੋਡ ਫਿਰ ਤੋਂ ਸਟਾਰਟ ਕਰਦੇ ਹਾਂ। PHP ਜਿੰਨੀ ਵਾਰ ਵੀ ਅਸੀਂ PHP ਦੀ ਸਕ੍ਰਿਪਟ ਲਿਖਾਂਗੇ ਉਹਦੇ ਲਈ ਸਾਨੂੰ ਇਹ ਲਿਖਣਾ ਜ਼ਰੂਰੀ ਹੈ ਔਰ ਇਹਦੇ ਵਿੱਚ ਹੀ ਅਸੀਂ ਸਾਰੀਆਂ ਚੀਜ਼ਾਂ ਨੂੰ ਲਿਖਾਂਗੇ। ਜਿਵੇਂ ਮੈਂ ਇੱਥੇ ਲਿਖਤਾ echo hello semicolon। ਇਸੇ ਤਰੀਕੇ ਨਾਲ ਅਸੀਂ ਆਪਣੇ ਇੱਕ ਪੇਜ ਦੇ ਵਿੱਚ ਨੰਬਰ ਆਫ ਟਾਈਮਸ PHP ਨੂੰ ਲਿਖ ਸਕਦੇ ਹਾਂ, PHP ਦੇ ਕੋਡ ਨੂੰ ਲਿਖ ਸਕਦੇ ਹਾਂ। ਹੁਣ ਮੈਂ ਇਸਨੂੰ ਕੀਤਾ ਸੇਵ ਕਰਨ ਲੱਗੇ ਧਿਆਨ ਰੱਖਣਾ ਹੈ ਕਿ ਫਾਈਲ ਨੂੰ ਅਸੀਂ ਸੇਵ ਕਰਨਾ ਹੈ ਜਿੱਥੇ ਅਸੀਂ ਵੈਂਪ ਸਰਵਰ ਨੂੰ ਇੰਸਟਾਲ ਕੀਤਾ, ਜਿਸ ਵੀ ਅਸੀਂ ਡਰਾਈਵ ਦੇ ਵਿੱਚ ਇੰਸਟਾਲ ਕੀਤਾ। ਜਿਵੇਂ ਮੈਂ C ਡਰਾਈਵ ਦੇ ਵਿੱਚ ਇੰਸਟਾਲ ਕੀਤਾ ਤਾਂ ਮੈਂ ਉਹਨੂੰ ਓਪਨ ਕਰੂੰਗੀ ਪਹਿਲਾਂ, ਫਿਰ ਮੈਂ ਵੈਂਪ ਨਾਮ ਦੇ ਫੋਲਡਰ ਅੰਦਰ www ਨਾਂ ਦਾ ਫੋਲਡਰ ਬਣਿਆ ਹੋਇਆ, ਇਹ ਸਟੈਪਸ ਨੂੰ ਤੁਸੀਂ ਯਾਦ ਰੱਖਣਾ ਹੈ। www ਨਾਂ ਦੇ ਫੋਲਡਰ ਦੇ ਅੰਦਰ ਮੈਂ ਇੱਕ PHP ਐਗਜ਼ਾਮਪਲਸ ਕਰਕੇ ਪੇਜ ਬਣਾਇਆ, ਉਸ ਦੇ ਅੰਦਰ ਮੈਂ ਇਸਨੂੰ ਰੱਖਿਆ ਹੋਇਆ new1.php ਕਰਕੇ। ਇਹਨੂੰ ਮੈਂ ਕਰ ਦੂੰਗੀ ਸੇਵ। ਹੁਣ ਜੇ ਅਸੀਂ ਇਹਦੀ ਆਊਟਪੁੱਟ ਦੇਖਣੀ ਹੈ ਤਾਂ ਉਹਦੇ ਲਈ ਅਸੀਂ ਜਿਹੜਾ ਟਾਸਕ ਬਾਰ ਦੇ ਉੱਪਰ ਇਹ ਗ੍ਰੀਨ ਕਲਰ ਦੇ ਵਿੱਚ ਨਜ਼ਰ ਆ ਰਿਹਾ ਇਹਦੇ ਉੱਪਰ ਕਲਿੱਕ ਕਰਾਂਗੇ ਔਰ ਇੱਥੇ ਜਾਵਾਂਗੇ ਲੋਕਲ ਹੋਸਟ ਦੇ ਅੰਦਰ। ਲੋਕਲ ਹੋਸਟ ਤੇ ਕਲਿੱਕ ਕਰਨ ਤੋਂ ਬਾਅਦ ਸਾਡੇ ਕੋਲ ਬਰਾਊਜ਼ਰ ਦੇ ਵਿੱਚ ਓਪਨ ਹੋਏਗਾ ਇਸ ਤਰੀਕੇ ਨਾਲ ਇੱਕ ਪੇਜ, ਜਿਸ ਨੂੰ ਅਸੀਂ ਜਦੋਂ ਸਕਰੋਲ ਕਰਾਂਗੇ ਤਾਂ ਇੱਥੇ ਸਾਡੇ ਦੁਆਰਾ ਬਣਾਏ ਗਏ ਨੰਬਰ ਆਫ ਪੇਜਿਸ ਅਸੀਂ ਜਿੰਨੇ ਵੀ ਬਣਾਏ ਆ ਉਹ ਸਾਰੇ ਦੇ ਸਾਰੇ ਇੱਥੇ ਸੇਵ ਹੋਣਗੇ। ਜਿਵੇਂ ਮਾਈ PHP ਦੇ ਅੰਦਰ ਸਾਡਾ ਪੇਜ ਸੀਗਾ new1.php। ਜਦੋਂ ਹੀ ਮੈਂ ਇਸ ਪੇਜ ਦੇ ਉੱਪਰ ਕਲਿੱਕ ਕਰੂੰਗੀ ਤਾਂ ਇਹਦੀ ਪੂਰੀ ਦੀ ਪੂਰੀ ਐਗਜ਼ੀਕਿਊਸ਼ਨ ਹੈ ਜਿਹੜੀ ਉਹ ਆ ਜਾਏਗੀ। ਜਿਵੇਂ ਮੈਂ ਤੁਹਾਨੂੰ ਨਾਲ ਹੀ ਸਾਈਮਲਟੇਨੀਅਸ ਕੋਡ ਵੀ ਖੋਲ ਕੇ ਦਿਖਾ ਦਿੰਦੀ ਇਹਦਾ ਕਿ ਦੇਖੋ ਪਹਿਲਾਂ ਅਸੀਂ PHP ਦੀ ਸਕ੍ਰਿਪਟ ਚਲਾਈ ਸੀਗੀ, ਇਹਦੇ ਅੰਦਰ ਕੀ ਲਿਖਿਆ ਸੀ this is first example। ਇੱਕੋ ਦਾ ਕੀ ਕੰਮ ਹੈ ਚੀਜ਼ ਨੂੰ ਪ੍ਰਿੰਟ ਕਰਵਾਉਣਾ।
ਤਿੰਨ ਸਟੇਟਮੈਂਟ ਨੂੰ ਪ੍ਰਿੰਟ ਕਰਵਾਇਆ। ਉਸ ਤੋਂ ਅੱਗੇ ਅਸੀਂ HTML ਦਾ ਕੋਡ ਲਗਾਇਆ ਸੀ। HTML ਦੇ ਕੋਡ ਦੇ ਅੰਦਰ ਅਸੀਂ ਹੈਡਰ ਟੈਗ ਤੋਂ ਪਹਿਲਾਂ ਕੀ ਪ੍ਰਿੰਟ ਕਰਾਇਆ, ਹੈਲੋ, ਤਾਂ ਉਹ ਪ੍ਰਿੰਟ ਹੋ ਕੇ ਆ ਗਿਆ ਹੈਲੋ। ਉਸ ਤੋਂ ਬਾਅਦ ਹੈਡਰ ਟੈਗ ਦੇ ਅੰਦਰ ਅਸੀਂ ਲਿਖਿਆ ਸੀ ਦਿਸ ਇਜ਼ ਹੈਡਿੰਗ। ਦਿਸ ਇਜ਼ ਹੈਡਿੰਗ H1 ਲਾਇਆ, ਤੇ H1 ਦਾ ਕੰਮ ਕੀ ਹੈ, ਟੈਕਸਟ ਨੂੰ ਥੋੜਾ ਜਿਹਾ ਹਾਈਲਾਈਟ ਕਰਕੇ ਦਿਖਾਉਣਾ। ਔਰ ਅੱਗੇ P ਟੈਗ ਪੈਰਾਗ੍ਰਾਫ ਟੈਗ ਲਗਾਇਆ ਸੀ, ਜਿਸ ਦੇ ਅੰਦਰ ਅਸੀਂ ਲਿਖਿਆ ਸੀ ਦਿਸ ਇਜ਼ ਪੈਰਾਗ੍ਰਾਫ। ਜੇ ਮੈਂ ਹੁਣ ਤੁਹਾਨੂੰ ਇਸ ਦਾ ਸੋਰਸ ਕੋਡ ਦਿਖਾਵਾਂ, ਇੱਥੇ ਵਿਊ ਸੋਰਸ ਕਰਕੇ ਦੇਖੀਏ, ਅਸੀਂ ਬਰਾਊਜ਼ਰ ਦੇ ਉੱਪਰ ਰਾਈਟ ਕਲਿੱਕ ਕਰਕੇ ਅਸੀਂ ਵਿਊ ਪੇਜ ਸੋਰਸ ਕਰੀਏ, ਤਾਂ ਇੱਥੇ ਤੁਹਾਨੂੰ ਨਜ਼ਰ ਆਏਗਾ ਕਿ ਜੋ ਅਸੀਂ ਕੋਡ ਦੇ ਵਿੱਚ ਲਿਖਿਆ ਸੀ, ਕੁਝ ਇਸ ਤਰ੍ਹਾਂ ਦਿਸ ਇਜ਼ ਫਸਟ ਐਗਜ਼ਾਮਪਲ, ਅਸੀਂ ਇਹਨੂੰ PHP 'ਚ ਲਿਖਿਆ ਸੀ, PHP ਦੀ ਸਕ੍ਰਿਪਟ 'ਚ ਲਿਖਿਆ ਸੀ, ਬਟ ਇਹ ਕਿਹਦੇ 'ਚ ਆਇਆ, HTML 'ਚ। ਕਿਉਂਕਿ ਵੈਂਪ ਸਰਵਰ ਦੇ ਅੰਦਰ ਜੋ ਐਪਲੀਕੇਸ਼ਨ ਸਰਵਰ ਹੈ PHP, ਉਸਨੇ ਕੀ ਕੀਤਾ, ਇਸ PHP ਸਕ੍ਰਿਪਟ ਨੂੰ ਐਗਜ਼ੀਕਿਊਟ ਕੀਤਾ, ਔਰ ਐਗਜ਼ੀਕਿਊਟ ਕਰਨ ਤੋਂ ਬਾਅਦ HTML 'ਚ ਕਨਵਰਟ ਕਰਕੇ ਵੈਬ ਸਰਵਰ ਨੂੰ ਦੇਤਾ। ਵੈਬ ਸਰਵਰ ਕਿਹੜਾ, ਅਪਾਚੇ। ਤਾਂ ਅਪਾਚੇ ਨੇ ਕੀ ਕੀਤਾ, ਰਿਸਪੌਂਸ ਵਾਪਸ ਭੇਜਿਆ ਬਰਾਊਜ਼ਰ ਦੇ ਉੱਪਰ। ਤਾਂ ਸਾਨੂੰ ਇੱਥੇ ਕੀ ਨਜ਼ਰ ਆ ਰਿਹਾ, HTML ਦਾ ਕੋਡ ਨਜ਼ਰ ਆ ਰਿਹਾ, ਸਾਨੂੰ PHP ਦੀ ਸਕ੍ਰਿਪਟ ਨਹੀਂ ਨਜ਼ਰ ਆ ਰਹੀ, ਕਿਉਂਕਿ PHP ਕੀ ਹੈ, ਸਰਵਰ ਸਕ੍ਰਿਪਟ ਲੈਂਗੁਏਜ ਹੈ। ਇਸ ਦਾ ਜਿੰਨਾ ਵੀ ਸਕ੍ਰਿਪਟ ਹੈ ਉਹ ਪੂਰੀ ਦੀ ਪੂਰੀ ਐਗਜ਼ੀਕਿਊਟ ਹੋ ਜਾਂਦੀ ਹੈ ਸਰਵਰ ਦੇ ਉੱਪਰ ਹੀ। ਤਾਂ ਨੈਕਸਟ ਅਸੀਂ ਹੈਡਰ ਟੈਗ ਲਗਾਇਆ ਸੀ, ਹੈਡ ਟੈਗ ਦੇ ਅੰਦਰ ਅੱਗੇ ਬੋਡੀ ਦੇ ਅੰਦਰ ਅਸੀਂ H1 ਟੈਗ, ਇੱਥੇ ਦੇਖੋ ਹੁਣ ਅਸੀਂ ਇੱਥੇ ਫਿਰ PHP ਦੀ ਸਕ੍ਰਿਪਟ ਲਗਾਈ ਸੀ, ਬਟ PHP ਦੀ ਸਕ੍ਰਿਪਟ ਸਾਨੂੰ ਕਿਤੇ ਵੀ ਨਜ਼ਰ ਨਹੀਂ ਆ ਰਹੀ। HTML ਦਾ ਕੋਡ ਸਾਨੂੰ ਪੂਰੇ ਦਾ ਪੂਰਾ ਟੈਗ ਸਾਨੂੰ ਨਜ਼ਰ ਆ ਰਿਹਾ ਹੈ, ਬਟ PHP ਦਾ ਕੋਈ ਵੀ ਟੈਗ ਸਾਨੂੰ ਨਜ਼ਰ ਨਹੀਂ ਆ ਰਿਹਾ। ਹੈਲੋ HTML 'ਚ ਹੀ ਕਨਵਰਟ ਹੋ ਕੇ ਇੱਥੇ ਪ੍ਰਿੰਟ ਹੋਇਆ, ਦਿਸ ਇਜ਼ ਹੈਡਿੰਗ, ਔਰ ਇਹ ਪੂਰੇ ਦਾ ਪੂਰਾ HTML ਕੋਡ। ਤਾਂ ਇਹ ਤਰੀਕਾ ਹੈ HTML ਦੇ ਕੋਡ ਨੂੰ ਆਪਣੇ ਸਿਸਟਮ ਦੇ ਉੱਪਰ ਟੈਸਟ ਕਰਨ ਦਾ। ਜੇ ਅਸੀਂ ਹਜੇ ਡਿਵੈਲਪਿੰਗ ਫੇਜ਼ 'ਚ ਹਾਂ, ਅਸੀਂ ਲਰਨਿੰਗ ਸਟੇਜ 'ਚ ਹਾਂ, ਅਸੀਂ PHP ਨੂੰ ਸਿੱਖ ਰਹੇ ਹਾਂ, ਤਾਂ ਅਸੀਂ ਉਸ ਕੋਡ ਨੂੰ ਕਿਵੇਂ ਐਗਜ਼ੀਕਿਊਟ ਕਰਕੇ ਦੇਖਾਂਗੇ। ਉਹਦੇ ਲਈ ਸਾਨੂੰ ਇੱਕ ਸੌਫਟਵੇਅਰ ਦੀ ਲੋੜ ਪਏਗੀ, ਜਿਹਦਾ ਨਾਮ ਹੈ ਵੈਂਪ, ਵਿੰਡੋ ਅਪਾਚੇ MySQL PHP। ਇਸ ਨੂੰ ਇੰਸਟਾਲ ਕਰਕੇ ਸਾਡਾ ਹੀ ਸਿਸਟਮ ਇੱਕ ਟਾਈਮ 'ਤੇ ਐਜ਼ ਅ ਕਲਾਇੰਟ ਵੀ ਕੰਮ ਕਰ ਰਿਹਾ, ਔਰ ਐਜ਼ ਅ ਸਰਵਰ ਵੀ ਕੰਮ ਕਰ ਰਿਹਾ। ਜਦੋਂ ਵੀ ਅਸੀਂ ਨੋਟਪੈਡ ਦੇ ਉੱਪਰ ਆਪਣੀ PHP ਦੀ ਫਾਈਲ ਬਣਾਵਾਂਗੇ, ਤਾਂ ਅਸੀਂ ਧਿਆਨ 'ਚ ਰੱਖਾਂਗੇ ਕਿ ਅਸੀਂ ਫਾਈਲ ਨੂੰ ਸੇਵ ਕਿੱਥੇ ਕਰਨਾ, ਅਸੀਂ ਪਾਥ ਕਿਹੜਾ ਦੇਣਾ ਫਾਈਲ ਦਾ। ਜਿੱਥੇ ਅਸੀਂ ਵੈਂਪ ਨੂੰ ਜਿਸ ਡਰਾਈਵ ਦੇ ਵਿੱਚ ਇੰਸਟਾਲ ਕੀਤਾ ਹੈ, ਉਸ ਡਰਾਈਵ ਦੇ ਵਿੱਚ ਅਸੀਂ ਵੈਂਪ ਨਾਮ ਦਾ ਸਾਡਾ ਫੋਲਡਰ ਬਣਿਆ ਹੋਏਗਾ। ਉਸ ਵੈਂਪ ਨਾਮ ਦੇ ਫੋਲਡਰ ਦੇ ਅੰਦਰ ਇੱਕ www ਦਾ ਫੋਲਡਰ ਹੈ, ਉਸ ਫੋਲਡਰ ਦੇ ਅੰਦਰ ਅਸੀਂ ਆਪਣੀਆਂ ਸਾਰੀਆਂ PHP ਦੀਆਂ ਫਾਈਲਸ ਨੂੰ ਸੇਵ ਕਰਾਂਗੇ। ਔਰ ਜਦੋਂ ਅਸੀਂ ਉਹਦੀ ਐਗਜ਼ੀਕਿਊਸ਼ਨ ਦੇਖਣੀ ਹੈ, ਤਾਂ ਅਸੀਂ ਪਹਿਲਾਂ ਵੈਂਪ ਸਰਵਰ ਨੂੰ ਔਨ ਕਰਾਂਗੇ, ਔਨਲਾਈਨ ਮੋਡ 'ਚ ਕਰਾਂਗੇ। ਜਦੋਂ ਅਸੀਂ ਔਨਲਾਈਨ ਕਰਾਂਗੇ, ਤਾਂ ਅਸੀਂ ਫਿਰ ਜਦੋਂ ਲੋਕਲ ਹੋਸਟ, ਜਿਵੇਂ ਉਸੇ ਤਰੀਕੇ ਨਾਲ ਹੀ ਕਿ ਸਾਡੇ ਕਲਾਇੰਟ ਤੋਂ ਹੀ ਰਿਕੁਐਸਟ ਜਾ ਰਹੀ ਹੈ, ਹੁਣ ਬਰਾਊਜ਼ਰ ਦੇ ਉੱਪਰੋਂ ਰਿਕੁਐਸਟ ਜਾ ਰਹੀ ਹੈ ਸਰਵਰ ਦੇ ਕੋਲ, ਤਾਂ ਸਰਵਰ ਕੀ ਹੈ, ਉਹ ਵੀ ਸਾਡੇ ਸਿਸਟਮ 'ਤੇ ਹੀ ਇੰਸਟਾਲਡ ਹੈ। ਤਾਂ ਅਸੀਂ ਜਦੋਂ ਲੋਕਲ ਹੋਸਟ ਖੋਲ੍ਹਿਆ, ਤਾਂ ਉਹ ਮਤਲਬ ਕਿ ਇੱਕ ਸਰਵਰ ਖੁੱਲ੍ਹਿਆ ਸਾਡੇ ਕੋਲ। ਸਰਵਰ ਦੇ ਉੱਪਰ ਇੰਪੋਰਟੈਂਟ ਜਿਹੜੇ ਸੌਫਟਵੇਅਰ ਹੈ, ਵੈਬ ਸਰਵਰ, ਐਪਲੀਕੇਸ਼ਨ ਸਰਵਰ ਔਰ ਡੇਟਾਬੇਸ, ਉਹ ਤਿੰਨੇ ਹੀ ਮੌਜੂਦ ਹੈ। ਤੇ PHP ਦਾ ਕੋਡ ਹੈ ਜਿਹੜਾ ਐਗਜ਼ੀਕਿਊਟ ਕਰਤਾ ਐਪਲੀਕੇਸ਼ਨ ਸਰਵਰ ਨੇ, ਉਹਨੇ ਅੱਗੇ ਭੇਜਤਾ ਵੈਬ ਸਰਵਰ ਨੂੰ, ਵੈਬ ਸਰਵਰ ਨੇ ਰਿਸਪੌਂਸ ਭੇਜਿਆ ਬਰਾਊਜ਼ਰ ਦੇ ਉੱਪਰ, ਔਰ ਇਹ ਸਾਨੂੰ ਰਿਸਪੌਂਸ ਹੈ ਜਿਹੜਾ ਉਹ ਇਸ ਤਰ੍ਹਾਂ ਦਿਖ ਰਿਹਾ। ਜੇ ਅਸੀਂ ਇਹਦਾ ਸੋਰਸ ਕੋਡ ਦੇਖੀਏ, ਤਾਂ ਇੱਥੇ ਸਾਡੇ ਕੋਲ PHP ਦੀ ਸਕ੍ਰਿਪਟ ਕਿਤੇ ਵੀ ਨਜ਼ਰ ਨਹੀਂ ਆ ਰਹੀ। ਠੀਕ ਹੈ ਜੀ, ਤੇ ਅੱਜ ਲਈ ਅਸੀਂ ਦੇਖਿਆ ਕਿ ਵੈਬ ਸਰਵਰ ਨੂੰ ਕਿਸ ਤਰ੍ਹਾਂ ਇੰਸਟਾਲ ਕਰੀਦਾ, ਔਰ PHP ਦਾ ਇੱਕ ਬੇਸਿਕ ਸਿੰਟੈਕਸ ਦੇਖਿਆ ਕਿ ਅਸੀਂ PHP ਦੀ ਸਕ੍ਰਿਪਟ ਨੂੰ ਕਿਸ ਤਰ੍ਹਾਂ ਲਿਖ ਸਕਦੇ ਹਾਂ। ਨੈਕਸਟ ਅਸੀਂ ਇਹਦੇ ਇੰਪੋਰਟੈਂਟ ਟੌਪਿਕਸ ਆ ਜਿਹੜੇ ਉਹ ਨੈਕਸਟ ਲੈਕਚਰ ਦੇ ਵਿੱਚ ਕਰਾਂਗੇ। ਥੈਂਕ ਯੂ।